सोहम। तो पहला साडी संप्रदा है उदासी संप्रदा। उदासी संप्रदा बाबा श्री चंद जी महाराज दे जिहड़े वड्डे साहिबजादे सीगे उन्हां तो चली। उन्हां दे चेले बाबा गुरदित्ता जी होए। बाबा गुरदित्ता जी दे 4 चेले होए, बाबा बालू हसना जी, बाबा अलमस्त जी, बाबा गोंदा साहब जी, बाबा फूल साहब जी। उन्हां दे 4 धूणे ने, जिवें 4 तख्त ने इवें 4 धूणे उन्हां दे उदासियां च मन्ने जांदे आ। ਉਹ ਕੇਂਦਰ ਜਿਵੇਂ ਬਾਬਾ ਨਮਸਤ ਜੀ ਦਾ ਸੀਗਾ ਨਾਨਕ ਮਤਾ ਸਾਹਿਬ, ਬਾਬਾ ਗੋਂਦਾ ਸਾਹਿਬ ਜੀ ਕਸ਼ਮੀਰ, ਇਦਾਂ ਇਹ ਵੱਖਰੇ ਵੱਖਰੇ ਟਿਕਾਣੇ ਦੇ ਕੋਈ ਕਾਬਲ ਕੋਈ ਕਿਤੇ ਇਹ ਰਹਿੰਦੇ ਸੀਗੇ। ਤਾਂ ਉਹ 4 ਧੂਣੇ ਨੇ, ਉਹਨਾਂ ਦੇ 6 ਬਖਸ਼ਿਸ਼ਾਂ ਨੇ। 6 ਬਖਸ਼ਿਸ਼ਾਂ ਨੇ, ਜਿਵੇਂ ਕੋਈ ਇੱਕ ਬਖਸ਼ਿਸ਼ ਹੈ ਭਾਈ ਸੁਥਰਾ ਸ਼ਾਹ ਜੀ ਦੀ। ਗੁਰੂ ਹਰਗੋਬਿੰਦ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਭਾਈ ਸੁਥਰਾ ਜੀ ਰਹੇ ਨੇ। ਉਹਨਾਂ ਦੀ ਸੰਪਰਦਾ ਸੁਥਰੇ ਸ਼ਾਹੀ ਹੈ। ਇੱਕ ਭਾਈ ਬਖਤ ਮੱਲੀਏ ਨੇ, ਇੱਕ ਜੀਤ ਮੱਲੀਏ ਨੇ, ਇੱਕ ਭਗਤ ਭਗਵਾਨੀਏ ਨੇ, ਗੰਗੂ ਸ਼ਾਹੀਏ ਨੇ। ਇਹ ਸਾਰੀ ਜਿਹੜੀਆਂ ਸਿੱਖ ਸੰਪਰਦਾਵਾਂ ਉਦਾਸੀ ਸੰਤ ਸੀਗੇ। ਉਹਨਾਂ ਦਾ ਪਹਿਲਾਂ ਲਿਬਾਸ ਹੁੰਦਾ ਸੀ, ਉਹ ਕਾਲਾ ਚੋਲਾ ਪਹਿਨਦੇ ਸੀ, ਸਿਰ ਤੇ ਟੋਪੀ ਪਹਿਨਦੇ ਸੀਗੇ, ਉੱਨ ਦੀ, ਗਲ ਵਿੱਚ ਸੇਲੀ ਪਹਿਨਦੇ ਸੀ। ਪਿੰਡਾਂ ਵਿੱਚ ਜਾ ਕੇ ਉਹ ਧੂਣਾ ਲਾ ਕੇ ਬੈਠ ਜਾਂਦੇ ਸੀ। ਲੋਕ ਆਉਂਦੇ ਸੀ, ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਉਹ ਕੰਠ ਕਰਾ ਦਿੰਦੇ ਸੀ, ਕਿਉਂਕਿ ਉਹਨਾਂ ਦਿਨਾਂ 'ਚ ਲਿਖਣ ਪੜ੍ਹਨ ਦਾ ਵੀ ਕੰਮ ਨਹੀਂ ਸੀ ਹੁੰਦਾ। ਅਨਪੜ੍ਹ ਲੋਕਾਂ ਨੂੰ ਇੱਕ ਪੌੜੀ ਇੱਕ ਪੰਕਤੀ ਰੋਜ਼ ਯਾਦ ਕਰਾਉਂਦੇ ਸੀ। ਜਪਜੀ ਸਾਹਿਬ ਜਾਂ ਮੂਲ ਮੰਤਰ ਕੰਠ ਕਰਾ ਦਿੰਦੇ ਸੀ। ਗੁਰੂ ਸਾਹਿਬ ਦੇ ਇਤਿਹਾਸ ਬਾਰੇ ਦੱਸਦੇ ਸੀ। ਨਾਮ ਜਪੋ, ਕਿਰਤ ਕਰੋ, ਵੰਡ ਕੇ ਛਕੋ। ਅਗਲੇ ਪਿੰਡ ਚਲੇ ਜਾਂਦੇ ਸੀ। ਉਹਨਾਂ ਉਦਾਸੀ ਸੰਤਾਂ ਨੇ ਰਸ਼ੀਆ ਤੱਕ ਪ੍ਰਚਾਰ ਕੀਤਾ। ਹੁਣ ਰਸ਼ੀਆ ਦੇ ਵਿੱਚ ਵੀ ਮੰਦਿਰ ਮਿਲਦੇ ਜਿਨ੍ਹਾਂ ਨੇ ਨਾਨਕ ਹੋਸੀ ਵਿਸਾਜ ਤੱਕ ਮੂਲ ਮੰਤਰ ਕੰਨਾਂ ਤੇ ਲਿਖਿਆ ਹੋਇਆ। ਕਾਠਮੰਡੂ, ਨੇਪਾਲ, ਬੰਗਲਾਦੇਸ਼, इंडिया के सारे स्टेट, पाकिस्तान, अफगानिस्तान, ईरान, बल्ख बुखारे तक उदासी संतां दा प्रचार दे चिन्ह हुण भी मिलते हैं। हथ नाल लिखियां गुरु ग्रंथ साहिब दियां 80% जिहड़ियां गुरु ग्रंथ साहिब दी हथ लिखत पीड़ा ने वो उदासी संतां ने लिखियां ने। ते वो पहली सब तो वड्डी संप्रदा जिहड़ी सिखां दी वो उदासी संप्रदा। अज उदासीन भेद कितना दूर हो रहा है, लेकिन 200 साल तो उत्ते उदासीन भेद ने धार्मिक स्थानों की सेवा की। निर्मल भेद 10वें पातशाह ने परम किया, काशी विद्या बन गए। नेक संप्रदा संप्रदा है ये 10वें पातशाह ने। पहला अपने को बेंगवाड़ी लैन केड़ी सी, एक गृहस्थी सन, दूसरे उदासी साधु। अज वो 3 प्रणालियां साडियां निहंग सिंह, निर्मले, उदासी, वो 3 साडियां साधुआं दी प्रणाली, चौथे साडे गृहस्थी। जेड़ा भी बच्चा घरां च गृहस्थी जन्म लैंदा, मां बाप नूं सिक्ख्या नहीं दिंदे कि आपां नूं नहीं, आपां गुरु घर विच आए, अपना बगाना कौन कौन है, नानके दस के सब दस दिंदे, घर ते काका तेरा उत्थे पढ़ाता। आपां नूं नहीं पता भी आपां कौन कौन हाँ। फिर साडी चाहे सन्यासी ने, वैरागी ने, उन्हां च भी गुण हैं। बिना वाहिगुरू तो और अपने गुरु तो कोई ऐसा बंदा नहीं जिहदे च गुण अवगुण नहीं है। कोई फुलवाड़ी ऐसी नहीं जिहदे च सुगंधी नहीं आती। फुलवाड़ी काहदी होई जे दुर्गंधी आ गई, लेकिन कोई फुलवाड़ी ऐसी नहीं जिथे बूटियां नूं कंडे नहीं हैं। लेकिन भौरे ने कंडिया वाल नहीं तकना तो सुगंधी देखनी। उन्हें छोटा बड़ा फुल नहीं रखना, फुल दियां पंखड़ियां नहीं गिरनियां। और इनू कहते सारगरही मिलती। इस करके किथे बाकू शहर है, वो काले समुद्र के किनारे बांके शाह साधु होया बंगी। ਅਸੀਂ ਸਮਝਦੇ ਹਾਂ ਕਿ ਸ਼ਾਇਦ ਉਦਾਸੀ ਸਾਧੂ ਜਿਹੜੇ ਆ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਾਲ ਹੀ ਰਹਿੰਦੇ ਸੀ, ਪਰ 700-800 ਉਦਾਸੀ ਸਾਧੂ ਜਿਹੜੇ ਆ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਦਰਬਾਰ ਵਿੱਚ ਰਹਿੰਦੇ ਸੀ। ਉਦਾਸੀ ਸਾਧੂ
followers of Dhan Guru Nanak Dev Sache Padshah Ji Maharaj and respected Baba Shri Chand Ji, 700-800 holy sadhus live alongside Maharaj Sache Padshah. ਅੱਜ-ਕੱਲ ਕੋਈ ਉਹਨਾਂ ਦਾ ਨਾਂ ਲੈ ਲਏ, ਇੰਨੀ ਸੰਕੀਰਨਤਾ ਆ ਗਈ, ਇੰਨੀ ਸੰਕੀਰਨਤਾ ਆ ਗਈ ਆ ਕਿ ਅਸੀਂ ਕਹਿੰਦੇ ਉਸ ਸੰਪਰਦਾਇ ਦਾ ਨਾਂ ਹੀ ਨਾ ਕੋਈ ਲਵੇ ਸਟੇਜ ਤੋਂ। ਆ ਜਿਹੜੇ ਮੀਰੀ ਪੀਰੀ ਦੇ ਨਿਸ਼ਾਨ ਦਿਸਦੇ ਆ ਨਾ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ, ਇਹ ਪਤਾ ਕਿਹਨਾਂ ਨੇ ਲਾਏ ਨੇ? ਇਹ ਉਦਾਸੀ ਮਹਾਂਪੁਰਸ਼ਾਂ ਨੇ ਲਾਏ ਪਹਿਲੀ ਵਾਰ। ਜਿਹੜੇ ਦੋ ਨਿਸ਼ਾਨ ਸਾਹਿਬ ਆ ਜਿਨ੍ਹਾਂ ਦੇ ਅੱਗੇ, ਜਿਨ੍ਹਾਂ ਦਾ ਰੋਜ਼ ਅਸੀਂ ਧਿਆਨ ਧਰਦੇ ਨਾ, ਚੌਂਕੀਆਂ, ਝੰਡੇ ਬੁੰਗੇ, ਤਿੰਨੇ ਸੰਸਥਾ ਆਪਣੇ ਘਰ ਦੀਆਂ ਨੇ। ਉਦਾਸੀਨ ਭੇਦ, ਨਿਰਮਲ ਭੇਦ, ਨਿੰਗ ਸਿੰਘ ਭੇਦ। ਅੱਛਾ, ਜੇ ਉਪਰੇ ਬੰਦੇ ਨੂੰ ਪੁੱਛੋ ਬਈ ਆ ਜੇ ਤਿੰਨ ਬੰਦੇ ਖੜੇ, ਇੱਕ ਗੁਰੂ ਹੋਊਗਾ ਇਹਨਾਂ ਦਾ? ਕਦੇ ਵੀ ਕੋਈ ਕਹੇਗਾ ਵੀ ਇਹਨਾਂ ਦਾ ਇੱਕ ਗੁਰੂ। ਅੱਛਾ, ਨਾਲ ਹੀ ਕੋਈ ਪੰਛੀ ਐਸਾ ਨਹੀਂ ਜਿਹਦੇ ਦੋ ਫੰਗ ਨਹੀਂ ਹਨ। ਜਿਹੜਾ ਬਹੁਤ ਖੁਸ਼ਹਾਲ ਹੋਵੇ ਨਾ, ਕਹਿੰਦੇ ਵੀ ਉਹਦਾ ਕੀ ਹਾਲ ਆ, ਕਹਿੰਦਾ ਧਰਤੀ ਦੇ ਉੱਤੇ ਤਾਂ ਉੱਡਦਾ ਹੀ ਫਿਰਦਾ, ਉੱਡਦਾ ਹੀ ਫਿਰਦਾ। ਸਮਝ ਗਏ? ਜਿਹੜਾ ਬਹੁਤ ਖੁਸ਼ਹਾਲ ਹੋਵੇ। ਬਾਣੀ ਬਾਣਾ ਪੰਖ ਪਛਾਣੋ, ਐਵੇਂ ਨਹੀਂ ਬਾਣੀ ਬੇਇੱਜ਼ਤੀਆਂ ਦਾ ਨਹੀਂ ਇਹ ਬਾਣਾ ਹਨ, ਇਹ ਸਾਧੂਆਂ ਦੇ ਬਾਣੇ। ਉਦਾਸੀਨ ਭੇਖ ਦਾ ਵੀ ਬਾਣਾ ਹੈ, ਨਿਰਮਲ ਭੇਖ ਦਾ ਵੀ ਬਾਣਾ ਹੈ, ਹੋਰਾਂ ਭੇਖਾਂ ਵੀ ਸੰਨਿਆਸੀ ਬਰਾਗੀ ਨੇ ਉਹਨਾਂ ਦੇ। ਜਿਸੇ ਵੀ ਬਾਬਾ ਪ੍ਰੀਤਮ ਦਾਸ ਜੀ ਪ੍ਰਯਾਗਰਾਜ ਗਏ ਆ, ਧੂਣਾ ਲਾ ਲਿਆ, ਸੰਗੜੀ ਨੇ ਪੈਸੇ ਨੂੰ ਗੋਟ ਪਾਉਣ ਵਾਸਤੇ ਜੋ ਬਰਗਤ ਸੀਗੇ ਸਾਧੂ, ਅਸੀਂ ਇਕੱਠੇ ਹੋ ਕੇ ਆ ਗਏ। ਕਹਿੰਦੇ ਸਾਡਾ ਚੰਨਾ ਤੁਸੀਂ ਕਿਉਂ ਪਹਿਨਿਆ ਹੈ? ਜਿਵੇਂ ਇੱਥੇ ਕੋਈ ਸਾਰੀ ਜਿਹੜੀ ਮੁੰਨੀ ਵਾਲਾ ਤੁਹਾਡੇ ਹੱਥ ਕਰ ਪਾਈ ਫਿਰ ਤੁਹਾਨੂੰ ਦੁੱਖ ਨਹੀਂ ਹੋਊਗਾ? ਤੁਸੀਂ ਜਦੇ ਘੇੜਣਾ ਉਹਨੂੰ। ਤੇ ਸਾਰੇ ਸੰਨਿਆਸੀ ਸੰਤ ਕਹਿੰਦੇ ਬਈ ਤੁਸੀਂ ਸੰਨਿਆਸੀ ਹੋ, ਸੰਨਿਆਸੀਆਂ ਦੀ ਆਸਾ ਸੁੰਨ ਹੋ ਜਾਣ। ਸੰਨਿਆਸੀ ਧਰਮ ਵੀ ਹੈ ਸਭ ਤੋਂ ਪਹਿਲਾਂ ਦਾ। ਦੱਸਾਂ ਤੇ ਤੋਂ ਚੱਲਿਆ 10ਵੇਂ ਪਾਤਸ਼ਾਹ ਦੀ ਬਾਣੀ, ਅੱਜ ਮਾੜੇ ਕਰਮ ਨੇ ਜਿੰਨਾ ਦੇ ਜਿਹੜੇ ਨਾ ਪਾਉਂਦੇ, ਮਹਾਰਾਜ ਨੇ ਰਾਸੇ ਖੋਲ ਕੇ ਰੱਖੇ ਤੁਹਾਡੇ। ਤੇ ਕਰਨ ਲੱਗੇ ਕਹਿੰਦੇ ਜੀ ਆ ਸੰਗੜੀ ਸਾਡਾ ਚੰਨੋ, ਰਾਤ ਮਾਰਨੀ ਥੋੜਾ ਚੰਨ, ਇਹ ਵੀ ਸਾਡਾ ਚੰਨ। ਸੁਖਮਨੀ ਸਾਹਿਬ ਦੇ ਅਭਿਆਸੀ ਸੀ, ਖੋਲ ਕੇ ਸੰਗਤ ਧੂਣੇ ਸਿਰ ਦਿੱਤਾ। ਕਹਿੰਦੇ ਜੇ ਤੁਹਾਡਾ ਤਾਂ ਤੁਸੀਂ ਬੰਨ ਲਓ, ਜੇ ਤੋੜ ਮੇਰਾ ਤਾਂ ਮੈਂ ਬੰਨ ਲੈਣਾ ਹੈ। ਬਸ ਸੁਖਮਨੀ ਸਾਹਿਬ ਦੇ ਅਭਿਆਸੀ ਰੋਮ ਰੋਮ ਵਿੱਚ ਬੰਦਾ, ਉਹਨਾਂ ਨੂੰ ਕੀ ਅਗਨੀ ਕਿੱਥੇ ਉੱਥੇ ਹੈ? ਜਦ ਹੀ ਚੱਕ ਕੇ ਕਿਹੜਾ ਬੰਨੇ, ਉਹ ਚੱਕ ਕੇ ਬੰਦੇ। ਕਹਿੰਦੇ ਤੁਹਾਡਾ ਕਿ ਮੇਰਾ? ਕਹਿੰਦੇ ਆ ਗੰਗਾ ਮਈਆ ਹੈ। ਸਾਰਿਆਂ ਭਾਰਤ ਵਰਸ਼ ਦੇ ਲੋਕਾਂ ਦੀ ਸ਼ਰਧਾ। ਸਮਝ ਗਏ? ਮੈਂ ਵੜਦਾ, ਜੇ ਤਾਂ ਮੇਰੀ ਰਾਖ ਲਏਗੀ ਫਿਰ ਤਾਂ ਤੁਹਾਡੀ ਆ ਰਾਖ, ਜੇ ਤੁਹਾਡੀ ਰਹੇਗੀ ਤਾਂ ਫਿਰ ਮੇਰੀ ਆ। ਪਾਣੀ 'ਚ ਵੜ ਕੇ ਸੁੱਕੇ ਹੀ ਨਿਕਲਿਆ। ਕਹਿੰਦੇ ਦੱਸੋ ਤੁਸੀਂ ਵੜ ਕੇ ਨਿਕਲੋ। ਧਾਕਾਂ ਪਾ ਦਿੱਤੀਆਂ ਸਾਰੇ ਤੀਰਥਾਂ ਦੇ ਵਿੱਚ। ਇਹ ਸਾਡੇ ਉਦਾਸੀਨ ਭੇਖਦੀਆਂ। 10ਵੇਂ ਪਾਤਸ਼ਾਹ ਵੇਲੇ 10ਵੇਂ ਪਾਤਸ਼ਾਹ ਦੀ ਰਚਨਾ ਤੋਂ ਨਿਕਲਿਆ ਵਚਨ, ਕਿਰਪਾਲ ਕੁੱਤ ਕੋ ਸੰਭਾਲੀ, ਹਠੀ ਖਾਨ ਹਜ਼ਾਦ ਕੇ ਸੀਤ ਢਾਰੀ। ਜਿਹੜਾ ਬੇਈਮਾਨ ਹੋ ਗਿਆ ਸੀ ਪਹਾੜ ਪਠਾਨ ਕਹਾਣੀ ਦੇ ਜੰਗ ਵਿੱਚ, ਮਾਰੇ ਕਦੇ ਮੈਂ ਕੁੱਤ ਕਾ ਮਾਰ ਜਿਸ ਵੇਲੇ ਆਇਆ ਹਜ਼ਾਦ ਦਿਖਣਾ। ਕਹਿੰਦਾ ਸਾਦਾ ਖੜਾ ਖਾਣ ਵਾਲਿਆ, ਤੈਨੂੰ ਵੀ ਲੜਨ ਦਾ ਚਾਅ ਆ ਗਿਆ, ਕਿੱਧਰੋਂ ਤੂੰ ਸੂਰਮਾ ਬਣਿਆ? ਜਿਸ ਵੇਲੇ ਗਿਆ ਕਿਰਪਾਨ ਮਾਰੀ ਮੂਹਰੇ, ਸੁੱਖਾ ਦੇ ਨਾਲ ਘੋਟਣਾ ਸੀ ਮੂਹਰੇ ਕਰਤਾ, ਕਿਰਪਾਨ ਹੋ ਗਈ ਟੁੱਟ ਕੇ। ਉਹ ਘੁਮਾ ਕੇ ਦੁਬਾਰਾ ਸਿਰ ਤੇ ਮਾਰਿਆ। ਮਾਰੇ ਕਹਿੰਦੇ ਮਨੋਂ ਵਾਟ ਕੀ ਕਾਨ ਫੋਰਨ, ਮਾਰੇ ਕਹਿੰਦੇ ਐ ਸਾਧ ਨੇ ਵਿੱਚ ਕੱਢਤੀ, ਜਿਵੇਂ ਕ੍ਰਿਸ਼ਨ ਨੇ ਮਟਕੀ ਭੰਦਾ ਸੀ ਮਾਤਾ ਯਸ਼ੋਦਾ ਦੀ, ਖਿੱਚ ਕੇ ਮੁਖਣੀ ਕੱਢ ਦਿੰਦਾ ਸੀ। ਉਹ ਕਿਹਦੀ ਉਪਮਾ ਕੀਤੀ ਬਈ? ਉਹ ਦੱਸੀ। ਅੱਜ ਅਸੀਂ ਕਹਿੰਦੇ ਉਦਾਸੀਆਂ ਤੋਂ ਗੁਰੂ ਗ੍ਰੰਥ ਸਾਹਿਬ ਖੋਲੋ, ਉਹ ਕਿ ਆਹ ਹਾਲਤ ਆ ਸਾਡੀ। ਬਾਬਾ ਸੰਤੋਖ ਦਾਸ ਜੀ, ਬਾਬਾ ਪ੍ਰੀਤਮ ਦਾਸ ਜੀ, ਉਹਨਾਂ ਨੇ ਪਹਿਲੀ ਵਾਰ ਨਿਸ਼ਾਨ ਸਾਹਿਬ ਖੜੇ ਕੀਤੇ ਸੀ ਮੀਰੀ ਪੀਰੀ ਵਾਲੇ। ਬਾਬਾ ਸੰਤੋਖ ਦਾਸ ਜੀ ਦੇ ਬਚਨਾਂ ਦੇ ਨਾਲ, ਬਾਬਾ ਸੰਤੋਖ ਦਾਸ ਜੀ ਦੇ ਬਚਨਾਂ ਦੇ ਨਾਲ
ਸਰਦਾਰ ਮਹਾ ਸਿੰਘ ਦੇ ਘਰ ਸ਼ੇਰੇ ਪੰਜਾਬ ਦਾ ਜਨਮ ਹੋਇਆ ਸੀ। ਸਰਦਾਰ ਮਹਾ ਸਿੰਘ ਨੇ ਬਾਬਾ ਸੰਤੋਖ ਦਾਸ ਜੀ ਉਦਾਸੀ ਮਹਾਂਪੁਰਸ਼ ਤੋਂ ਅਰਦਾਸ ਕਰਾਈ ਸੀ। ਕਿਉਂਕਿ ਉਦਾਸੀ ਸੰਤ ਮਹੰਤ ਮੁੱਢਲੇ ਤੌਰ ਤੇ ਕਿਸੇ ਵੀ ਜਿਗਿਆਸੂ ਨੂੰ ਆਪਣੀ ਸੰਪਰਦਾਇ ਵਿੱਚ ਪ੍ਰਵੇਸ਼ ਕੇਵਲ ਵਿਦਿਆ ਪ੍ਰਚਾਰ ਲਈ ਨਹੀਂ ਦਿੰਦੇ ਸਨ, ਸਗੋਂ ਇਹ ਤਾਂ ਸਾਧੂ ਦੇ ਸਾਲ 2 ਸਾਲ ਦੇ ਸੰਤ ਮਾਰਗ ਵਿੱਚ ਪ੍ਰਵੇਸ਼ ਕਰ ਲੈਣ ਤੋਂ ਬਾਅਦ ਉਹਨਾਂ ਨੂੰ ਕਿਸੇ ਮਹਾਂਪੁਰਖ ਦੇ ਵਿਚਾਰ ਦੁਆਰਾ ਜਾਂ ਆਪਣੀ ਅੰਦਰਲੀ ਗਿਆਨ ਦੀ ਪਿਆਸਾ ਨੂੰ ਬੁਝਾਉਣ ਦੀ ਇੱਛਾ ਨਾਲ ਸ਼ੁਰੂ ਹੁੰਦਾ ਸੀ। ਉਂਝ ਉਦਾਸੀ ਸੰਪਰਦਾਇ ਦੇ ਲੋਕ ਅੱਖਰੀ ਗਿਆਨ ਨਾਲੋਂ ਸੇਵਾ, ਸਿਮਰਨ, ਦਾਨ, ਪੁੰਨ ਅਤੇ ਸਮਾਜ ਕਲਿਆਣ ਦੇ ਕਾਰਜਾਂ ਨੂੰ ਵੱਧ ਮਹੱਤਤਾ ਦਿੰਦੇ ਸਨ। ਪਰ ਪੁਰਾਤਨ ਕਾਲ ਦੇ ਉਦਾਸੀ ਮੁਨੀਆਂ ਦੇ ਲਿਖੇ ਗ੍ਰੰਥ ਅਤੇ ਆਧੁਨਿਕ ਸਮੇਂ ਦੀਆਂ ਕੀਤੀਆਂ ਨਵੀਨ ਵਿਗਿਆਨਕ ਖੋਜਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਇਹ ਵਿਦਿਆ ਅਧਿਐਨ ਦਾ ਸ਼ੌਕ ਆਦਿ ਕਾਲ ਤੋਂ ਉਦਾਸੀ ਸੰਪਰਦਾਇ ਵਿੱਚ ਵੀ ਸੀ, ਜਿਸ ਦੇ ਠੋਸ ਸਬੂਤਾਂ ਵਜੋਂ ਅਸੀਂ ਨਿਰਵਾਣ ਸੰਤ ਗੁਰਬਖਸ਼ ਦਾਸ ਉਦਾਸੀ ਦਾ ਜ਼ਿਕਰ ਕਰ ਸਕਦੇ ਹਾਂ, ਜਿਨ੍ਹਾਂ ਨੂੰ ਆਨੰਦਪੁਰ ਦਾ ਕਿਲਾ ਤਿਆਗਣ ਤੋਂ ਪਹਿਲਾਂ ਕਲਗੀਧਰ ਸੁਆਮੀ ਨੇ ਉੱਥੋਂ ਦੀ ਸਾਰੀ ਪੂਜਾ ਪਾਠ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਆਪਣੇ ਹੱਥੀਂ ਸੌਂਪੀ, ਜਿਸ ਤੋਂ ਇਹ ਸਿੱਟਾ ਸੁਤੇ ਸਿੱਧ ਹੀ ਨਿਕਲਦਾ ਹੈ ਕਿ ਉਦਾਸੀ ਸੰਪਰਦਾਇ ਦੇ ਲੋਕ ਪੜ੍ਹੇ ਲਿਖੇ ਅਤੇ ਆਪਣੇ ਕਰਤੱਵ ਪਾਲਣ ਦੇ ਪ੍ਰਤੀ ਸਮਰਪਿਤ ਲੋਕ ਸਨ। ਦੂਜੀ ਮਿਸਾਲ, ਜਦੋਂ ਮਾਤਾ ਸੁੰਦਰੀ ਜੀ ਦਾ ਸੰਨ 1711 ਈਸਵੀ ਵਿੱਚ ਮੁਗਲ ਸਰਕਾਰ ਨਾਲ ਸ਼ਾਂਤੀ ਸਮਝੌਤਾ ਹੋਇਆ ਅਤੇ ਅੰਮ੍ਰਿਤਸਰ ਹਰਮੰਦਿਰ ਸਾਹਿਬ ਦੀ ਸੇਵਾ ਸੰਭਾਲ ਗੁਰੂ ਕਿਆਂ ਨੂੰ ਸੌਂਪੀ ਗਈ, ਤਾਂ ਮਾਤਾ ਜੀ ਵੱਲੋਂ ਕੌਮ ਦੇ ਮਹਾਨ ਸ਼ਹੀਦ ਬਾਬਾ ਮਨੀ ਸਿੰਘ ਜੀ ਨੂੰ ਅਕਾਲ ਤਖਤ ਦਾ ਜਥੇਦਾਰ ਥਾਪਿਆ ਗਿਆ, ਤਾਂ ਉਹਨਾਂ ਨੇ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਸੇਵਾ ਉਦਾਸੀ ਸਾਧੂ ਸੰਤ ਗੋਪਾਲ ਦਾਸ ਉਦਾਸੀ ਜੀ ਨੂੰ ਸੌਂਪੀ। ਇਸ ਕਰਕੇ ਮੈਂ ਅਰਜ਼ ਕਰ ਰਿਹਾ ਸਾਂ ਕਿ ਭਾਵੇਂ ਪੰਜਾਬੀ ਪਿਛੋਕੜ ਦਾ ਪੇਂਡੂ ਸੱਭਿਆਚਾਰ ਹੋਣ ਕਰਕੇ ਇਹ ਲੋਕ ਵਿਦਿਆ ਵਾਲੇ ਪਾਸੇ ਬਹੁਤਾ ਪ੍ਰਵਿਰਤ ਨਹੀਂ ਹੁੰਦੇ ਸਨ, ਪਰ ਗਿਆਨ ਦਾ ਉੱਕਾ ਅਭਾਵ ਨਹੀਂ ਸੀ। ਦਾਸ ਨੇ ਆਪ ਅੱਖੀਂ ਵੇਖਿਆ, ਹੰਢਾਇਆ ਜਾਂ ਸਿੱਖਿਆ ਤੇ ਸਮਝਿਆ ਹੈ ਕਿ ਜੋ ਪੰਜਾਬ ਦੀ ਆਨ ਬਾਨ ਸ਼ਾਨ ਵਿੱਚ ਮਦਮਸਤ ਜਵਾਨੀ ਖੇਤੀ ਪਸ਼ੂ ਪਾਲਣ ਆਦਿ ਵਿੱਚ ਵੱਧ ਪ੍ਰਵਿਰਤ ਸੀ, ਉਹੋ ਹੀ ਨੌਜਵਾਨੀ ਲਹਿਰ ਵਿਦਿਆ ਅਧਿਐਨ ਵਾਲੇ ਪਾਸਿਓਂ ਵੀ ਕਿਸੇ ਨਾਲੋਂ ਘੱਟ ਨਹੀਂ ਸੀ। ਬੇਸ਼ੱਕ ਡੇਰੇ ਦੇ ਇੱਕ ਪਾਸੇ ਨੌਜਵਾਨ ਨਾਗੇ ਉਦਾਸੀ ਸਾਧੂ ਆਪਣੇ ਸਰੀਰ ਨੂੰ ਵਾਲਾਂ ਸਮੇਤ ਚੰਗੀ ਤਰ੍ਹਾਂ ਗਿੱਲਾ ਕਰਕੇ ਉਸ ਨੂੰ ਭਭੂਤੀ ਜਾਂ ਭਸਮ ਨਾਲ ਸਜਾਉਂਦੇ ਸਨ, ਉਹਨਾਂ ਵਿੱਚੋਂ ਹੀ ਕੁਝ ਨਾਗੇ ਨਿਰਵਾਣ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਛੋਟੇ-ਛੋਟੇ ਵੇਦਾਂਤ ਦੇ ਗ੍ਰੰਥ ਵੀ ਪੜ੍ਹਿਆ ਕਰਦੇ ਸਨ। ਪਰ ਇਹਨਾਂ ਦੀ ਹੀ ਇੱਕ ਸ਼ਾਖਾ ਗੇਰੂਏ ਬਸਤਰ ਧਾਰੀ ਕੇਸਾਂ ਵਾਲੇ ਅਤੇ ਰੁੰਡਿਤ ਮੁੰਡਿਤ ਉਦਾਸੀ ਸਾਧੂਆਂ ਦੀ ਵੀ ਸੀ, ਜੋ ਕਿ ਨਿਆਏ, ਵਿਆਕਰਨ, ਗੁਰਮਤ ਸਾਹਿਤ, ਆਯੁਰਵੇਦ ਅਤੇ ਵੇਦ ਵੇਦਾਂਤ ਆਦਿ ਦਾ ਅਧਿਐਨ ਵੀ ਬੜੀ ਤਪਰਤਾ ਨਾਲ ਕਰਦੇ ਸਨ। ਇਨ੍ਹਾਂ ਹੀ ਵੈਦਿਕ ਪੜ੍ਹੇ ਸਾਧੂਆਂ ਵਿੱਚੋਂ ਉਦਾਸੀਆਂ ਨੇ ਸਮਾਜ ਨੂੰ ਬਹੁਤ ਹੀ ਉੱਚ ਕੋਟੀ ਦੇ ਚਿੰਤਕ, ਵਿਚਾਰਕ ਅਤੇ ਅਨੁਭਵੀ ਵੈਦ ਸਾਧੂ ਪ੍ਰਦਾਨ ਕੀਤੇ। ਨਿਆਏ ਅਤੇ ਵੇਦਾਂਤ ਆਦਿ ਸ਼ਾਸਤਰਾਂ ਦੇ ਨਿਸ਼ਨਾਤ ਪੰਡਿਤ ਸਵਾਮੀ ਕੇਸ਼ਵਾਨੰਦ ਮੁਨੀ ਮੰਡਲ ਹਰਿਦੁਆਰ ਵਾਲੇ, ਬਾਲਕ ਰਾਮ ਜੀ ਉਦਾਸੀਨ ਗੁਰੂ ਮੰਡਲ ਵਾਲੇ ਵੀ ਉਦਾਸੀ ਵਰਗ ਨੇ ਦੇਸ਼ ਨੂੰ ਅਰਪਿਤ ਕੀਤੇ। ਇੱਕ ਸੰਤ ਦਾ ਇੱਥੇ ਨਾਂ ਆਇਆ ਕੇਸ਼ਵਾਨੰਦ ਦਾ, ਮੁਨੀ ਮੰਡਲ ਆਸ਼ਰਮ ਹੈ ਕਣਖਲ ਹਰਿਦੁਆਰ। ਜਦੋਂ ਸਵਾਮੀ ਕੇਸ਼ਵਾਨੰਦ ਮਾਰਵਾੜ ਗੁਜਰਾਤ ਦੇ ਏਰੀਏ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਸਤੇ ਗਏ, ਤਾਂ ਉੱਥੋਂ ਦੇ ਸੰਨਿਆਸੀ ਮੱਠ ਤੇ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਇਹ ਗੱਲ ਕਹੀ ਵੀ ਸਵਾਮੀ ਜੀ, ਤੁਸੀਂ ਉਹਨਾਂ ਚਿਰ ਧਰਮ ਦਾ ਪ੍ਰਚਾਰ ਨਹੀਂ ਕਰ ਸਕਦੇ, ਤੁਹਾਡੇ ਆਚਾਰੀਆ ਦੇ ਗੀਤਾ ਉਪਨਿਸ਼ਦ ਤੇ ਬ੍ਰਹਮ ਸੂਤਰਾਂ ਉੱਪਰ ਭਾਸ਼ਣ ਨਹੀਂ ਸਾਨੂੰ ਪ੍ਰਾਪਤ ਹੁੰਦੇ, ਕਿਉਂਕਿ ਕਿਸੇ ਵੀ ਆਚਾਰੀਏ ਨੂੰ ਆਚਾਰੀਆ ਪਦਵੀ ਤੇ ਆਉਣ ਵਾਸਤੇ ਇਹਨਾਂ ਤਿੰਨਾਂ ਗ੍ਰੰਥਾਂ ਤੇ ਭਾਸ਼ਣ ਲਿਖਣਾ ਜ਼ਰੂਰੀ ਸੀ, ਗੀਤਾ, 11 ਉਪਨਿਸ਼ਦ ਤੇ ਵੇਦਾਂਤ ਸ਼ਾਸਤਰ। ਸਵਾਮੀ ਕੇਸ਼ਵਾਨੰਦ ਨੇ ਗੰਗਾ ਦੇ ਕਿਨਾਰੇ ਆ ਕੇ ਜਪਜੀ ਸਾਹਿਬ ਦਾ ਕੀਤਾ ਪਾਠ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਿਆ ਧਿਆਨ ਵੀ ਸੱਚਾ ਪਾਤਸ਼ਾਹ ਬੋਲ ਹੁਣ। ਉਹਨਾਂ ਨੇ ਨਿਰਾਕਾਰ ਮੀਮਾਂਸਾ ਦਰਸ਼ਨ ਨਾਮ ਦਾ ਗ੍ਰੰਥ ਲਿਖਿਆ, ਇੱਕ ਸ੍ਰੀ ਗੁਰੂ ਨਾਨਕ ਮਹਰਸ਼ੀ ਪ੍ਰਣੀਤਮ ਨਿਰਾਕਾਰ ਮੀਮਾਂਸਾ ਦਰਸ਼ਨਮ, ਸ੍ਰੀ ਗੁਰੂ ਨਾਨਕ ਗੀਤਾ ਅਦਭੁਤ ਗੀਤਾ ਤੇ ਸ੍ਰੀ ਗੁਰੂ ਨਾਨਕ ਦੇਵ ਨਿਰਵਾਣ ਉਪਨਿਸ਼ਦ। ਕਿ ਸਾਡੇ ਗੁਰੂ ਨੇ ਉਪਨਿਸ਼ਦ ਵੀ ਲਿਖੀ, ਸਾਡੇ ਸਤਿਗੁਰਾਂ ਨੇ ਗੀਤਾ ਵੀ ਲਿਖੀ ਤੇ ਸਾਡੇ ਸਤਿਗੁਰਾਂ ਨੇ ਬ੍ਰਹਮ ਸੂਤਰ ਵੀ ਲਿਖੇ, ਔਰ ਉਹਨਾਂ ਤਿੰਨਾਂ ਦੇ ਉੱਪਰ ਆਪਣੇ ਭਾਸ਼ੇ ਲਿਖੇ। ਆਪਣੇ ਚੇਲੇ ਸਵਾਮੀ ਸਰੂਪਾਨੰਦ ਤੋਂ ਉਹਦੀ ਵਿਆਖਿਆ ਕਰਵਾਈ ਸੰਸਕ੍ਰਿਤ 'ਚ, ਆਪਣੇ ਪੋਤੇ ਚੇਲੇ ਸਵਾਮੀ ਸ਼ੰਕਰਾਨੰਦ ਤੋਂ ਉਹਦੀ ਵਿਆਖਿਆ ਕਰਵਾਈ ਹਿੰਦੀ ਵਿੱਚ। ਅੱਜ ਤੋਂ 104 ਸਾਲ ਪਹਿਲਾਂ ਉਸ ਮਹਾਂਪੁਰਖ ਨੇ ਤਿੰਨੇ ਪ੍ਰਸਥਾਨ ਗੁਰੂ ਨਾਨਕ ਦੇ ਨਾਂ ਤੇ ਲਿਖ ਕੇ, ਉਹਨਾਂ ਦੇ ਨਾਂ ਉੱਪਰ ਭਾਸ਼ੇ ਲਿਖ ਕੇ ਸਾਰੇ ਸੰਸਾਰ 'ਚ ਇਹ ਡਾਂਕਾ ਵਜਾਇਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਿੰਨੇ ਪ੍ਰਸਥਾਨ ਲਿਖਣ ਦੀ ਇਕੱਲੀ ਸਮਰੱਥਾ ਰੱਖਦੇ ਸੀ।
ਉਹਨਾਂ ਵਿੱਚੋਂ ਨਿਰਾਕਾਰ ਮੀਮਾਂਸਾ ਦਰਸ਼ਨ ਅੱਜ ਮੇਰੀ ਕਾਰ 'ਚ ਹੈ, ਮੈਂ ਨਾਲ ਲੈ ਕੇ ਆਇਆ। ਜੇ ਕਹੇ ਕਿੱਡੇ ਕਿੱਡੇ ਸੀਗੇ ਤਾਂ ਸਟੇਜ ਤੇ ਨਹੀਂ ਸ਼ਾਇਦ ਪੁਸਤਕ ਆਇਆ, ਐਡਾ ਵੱਡਾ ਪੁਸਤਕ ਹੈ। ਔਰ ਜੇ ਕੋਈ ਮੈਥੋਂ ਪੜ੍ਹਨਾ ਚਾਹੇ, ਜਿਹਨੂੰ ਸੰਸਕ੍ਰਿਤ ਜ਼ੁਬਾਨ ਆਉਂਦੀ ਹੈ, ਜਿਹਨੇ ਦਰਸ਼ਨ ਸ਼ਾਸਤਰ ਪੜ੍ਹੇ ਹੈ, ਉਹਨੂੰ ਵੀ ਘੱਟੋ ਘੱਟ 2 ਸਾਲ ਲੱਗਣਗੇ। ਸੰਸਕ੍ਰਿਤ ਪੜ੍ਹੇ ਬੰਦੇ ਨੂੰ 2 ਸਾਲ ਲੱਗਣੇ ਉਹਨੂੰ ਸਮਝਣ ਵਾਸਤੇ, ਕਿਉਂਕਿ ਉਹਦੇ 'ਚ ਸਵਾਮੀ ਕੇਸ਼ਵਾਨੰਦ ਨੇ ਬਾਕੀ ਦੇ ਸਾਰੇ ਦਰਸ਼ਨ ਸ਼ਾਸਤਰ ਗਲਤ ਕੀਤੇ ਹੈ। 6 ਦੇ 6 ਨਿਆਏ, ਮੀਮਾਂਸਾ, ਸਾਂਖਿਆ, ਯੋਗ, ਵੇਦਾਂਤ, ਵੈਸ਼ੇਸ਼ਿਕ 6 ਸ਼ਾਸਤਰਾਂ ਨੂੰ ਗਲਤ ਕਰਕੇ ਗੁਰੂ ਨਾਨਕ ਦੇ ਮਤ ਦਾ ਮੰਨਣ ਕੀਤਾ ਹੈ। ਔਰ ਮੈਂ ਮੁਆਫੀ ਚਾਹੁੰਦਾ ਵਿਦਵਾਨ ਸਮਾਜ ਤੋਂ, ਵਿਦਵਾਨਾਂ ਦੀ ਭਾਸ਼ਾ ਵਿੱਚ ਜੇ ਕਿਸੇ ਸਿੱਖ ਵਿਦਵਾਨ ਨੂੰ ਕੋਈ ਪੁੱਛੇ ਕਿ ਵਾਦ, ਅਦਵੈਤਵਾਦ, ਵਿਸ਼ਿਸ਼ਟਾਦਵੈਤਵਾਦ, ਦਵੈਤਾਦਵੈਤਵਾਦ, ਸਿਧਾਂਤਵਾਦ ਤੁਹਾਡਾ ਕਿਹੜਾ ਵਾਦ ਹੈ ਸਿੱਖਾਂ ਦਾ, ਤਾਂ ਬਹੁਤ ਘੱਟ ਸੱਜਣ ਦੱਸ ਸਕਣਗੇ। ਇਹ ਵਾਦ ਸਵਾਮੀ ਕੇਸ਼ਵਾਨੰਦ ਨੇ ਸਥਾਪਿਤ ਕੀਤਾ ਸਿੱਖਾਂ ਦਾ ਕਿ ਸਾਡਾ ਭਗਤੀ ਗਿਆਨ ਸਮੁੱਚੇਵਾਦ ਹੈ। ਐਸੇ ਐਸੇ ਵਿਦਵਾਨ ਹੋਏ ਮਹਾਪੁਰਸ਼ ਉਦਾਸੀਆਂ ਵਿੱਚ। ਭਾਈ ਮੰਗਲ ਸ਼ਾਹ ਜੀ ਆਉਂਦੇ ਨੇ, ਬਾਬਾ ਸ਼੍ਰੀ ਚੰਦਰ ਮਹਾਰਾਜ ਜੀ ਦੇ ਅੱਗੇ ਹੱਥ ਜੋੜੇ, ਕਹਿੰਦੇ ਬਾਬਾ ਜੀ ਮਨ ਦੀ ਸ਼ਾਂਤੀ ਨਹੀਂ ਆਉਂਦੀ, ਵੇਦ ਪੜ੍ਹੇ ਆ, ਸ਼ਾਸਤਰ ਪੜ੍ਹੇ ਆ, ਗੀਤਾ ਵੀ ਪੜ੍ਹੀ ਹੈ, ਪਰ ਸ਼ਾਂਤੀ ਕੋਈ ਨਹੀਂ ਆਉਂਦੀ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਦਵਾਈ ਖਾਈ ਜਾਂਦਾ, ਪਰਹੇਜ ਕੋਈ ਨਹੀਂ ਰੱਖਦਾ। ਆਖੋ ਸਤਨਾਮ। ਜਿਹੜੇ ਪੁਰਾਣੇ ਵੈਦ ਹੁੰਦੇ ਸੀ ਉਹ ਦਵਾਈ ਦੇਣ ਤੋਂ ਪਹਿਲਾਂ ਜੁਲਾਬ ਦਿੰਦੇ ਹੁੰਦੇ ਸੀ। ਜਿਹੜੇ ਬਜ਼ੁਰਗ ਬੈਠੇ ਉਹਨਾਂ ਨੂੰ ਪਤਾ ਹੋਵੇਗਾ। ਤੇ ਉਹ ਜੁਲਾਬ ਕੀ ਕਰਦਾ ਸੀ, ਸਾਰੇ ਸਰੀਰ ਨੂੰ ਇੱਕਦਮ ਅੰਦਰੋਂ ਸਾਫ਼ ਕਰ ਦਿੰਦਾ ਸੀ। ਬਾਬਾ ਸ਼੍ਰੀ ਚੰਦ ਜੀ ਕਹਿੰਦੇ ਕਿ ਵੇਦਾਂ ਨੂੰ ਤੂੰ ਪੜ੍ਹਦਾ ਏ, ਸ਼ਾਸਤਰਾਂ ਨੂੰ ਪੜ੍ਹਦਾ ਏ, ਧਰਮ ਗ੍ਰੰਥਾਂ ਨੂੰ ਪੜ੍ਹਦਾ ਏ, ਤੇ ਅੱਜ ਕੱਲ ਇਹੀ ਬਿਮਾਰੀ ਜਿਹੜੀ ਆ ਸਾਡੇ ਸਾਰੇ ਪੰਥ ਦੇ ਵਿੱਚ ਕਹਿੰਦੇ ਨੇ ਕਿ ਗੁਲਾਬ ਤੋਂ ਬਿਨਾ ਵੈਦ ਦੀ ਦਵਾਈ ਅਸਰ ਨਹੀਂ ਜੇ ਕਰਦੀ। ਭਾਈ ਮੰਗਲ ਸ਼ਾਹ ਜੇ ਸੇਵਾ ਵਾਲੀ ਜੁਲਾਬ ਨਹੀਂ ਨਾ ਕਰੇਗਾ ਤੇ ਅੰਦਰ ਗੁਰੂ ਨਾਨਕ ਦੇ ਬਚਨ ਨਹੀਂ ਜੇ ਟਿਕਦੇ। ਗੁਰੂ ਨਾਨਕ ਦੇ ਬਚਨ ਉੱਥੇ ਟਿਕਦੇ ਆ ਜਿੱਥੇ ਪਹਿਲਾਂ ਸੇਵਾ ਹੋਵੇ, ਫਿਰ ਸਿਮਰਨ ਆ ਕੇ ਟਿਕਾ ਕਰੇਗਾ। ਖੈਰ ਪਿਆਰਿਓ, ਉਹਨਾਂ ਤੋਂ ਬਾਅਦ ਇੱਕ ਸਿੱਖ ਆਉਂਦਾ ਆ ਭਾਈ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ। ਇਹ ਤੇ ਹੋਈ ਭਾਈ ਮੰਗਲ ਸ਼ਾਹ ਜੀ ਦੀ। ਉਹਨਾਂ ਤੋਂ ਬਾਅਦ ਇੱਕ ਹੋਰ ਸਿੱਖ ਉਹ ਹੱਥ ਜੋੜ ਕੇ ਬੇਨਤੀ ਕਰਦਾ ਆ ਬਾਬਾ ਸ਼੍ਰੀ ਚੰਦ ਸਾਹਿਬ ਜੀ ਮਹਾਰਾਜ ਨੂੰ, ਕਹਿੰਦਾ ਬਾਬਾ ਜੀ ਕਿਰਪਾ ਕਰੋ, ਮਿਹਰ ਕਰੋ। ਤੇ ਉਹ ਸਿੱਖ ਜਿਹੜਾ ਆ, ਮੈਂ ਹੁਣ ਇਤਿਹਾਸ ਵਾਲੇ ਪੱਖ ਵੱਲ ਜਾਵਾਂ, ਉਹ ਜੇਲਮ ਦਾ ਰਹਿਣ ਵਾਲਾ ਹੈ। ਬਾਬਾ ਸ਼੍ਰੀ ਚੰਦ ਜੀ ਨੇ ਉਹਦੇ ਸਿਰ ਤੇ ਹੱਥ ਰੱਖਿਆ। ਬਾਬਾ ਜੀ ਨੇ ਆਖਿਆ ਤੇਰੀ ਕੁਲ ਦੇ ਵਿੱਚ ਇਹੋ ਜਿਹੇ ਪੈਦਾ ਹੋ ਜਾਣਗੇ ਜਿਨ੍ਹਾਂ ਦੇ ਚੀਥਰੇ ਚੀਥਰੇ ਹੋ ਜਾਣਗੇ, ਪਰ ਉਹ ਗੁਰੂ ਨਾਨਕ ਦੇ ਸ਼ਬਦ ਨੂੰ ਨਹੀਂ ਭੁਲਾਉਣਗੇ। ਇੱਕ ਸਿੱਖ ਦਾ ਨਾਮ ਸੁਣਿਆ ਹੋਵੇਗਾ, ਤੁਸੀਂ ਦੋਵਾਂ ਦਾ ਸੁਣਿਆ ਹੋਵੇਗਾ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ। ਇਹਨਾਂ ਦਾ ਨਾਮ ਆਪਾਂ ਸਾਰੇ ਜਾਣਦੇ ਹਾਂ। ਇਹਨਾਂ ਦੇ ਪਿਤਾ ਹੋਏ ਨੇ ਬਾਬਾ ਪਿਰਾਗਾ ਜੀ, ਭਾਈ ਪਿਰਾਗਾ ਜੀ, ਜਿਨ੍ਹਾਂ ਨੇ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਜੰਗਾਂ ਯੁੱਧਾਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਤੇਗ ਵਾਹੀ। ਤੇ ਭਾਈ ਪਿਰਾਗੇ ਉੱਤੇ ਬਖਸ਼ਿਸ਼ ਕਿੱਥੋਂ ਹੋਈ ਸੀ? ਬਾਬਾ ਸ਼੍ਰੀ ਚੰਦ ਸਾਹਿਬ। ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਆਖਿਆ ਸੀ ਤੁਹਾਡੇ ਘਰ ਦੇ ਵਿੱਚ ਇਹੋ ਜਿਹੇ ਹੋਣਗੇ ਜਿਹੜੇ ਸਿੱਖੀ ਸਿੱਧਕ ਨੂੰ ਆਪਣੇ ਸੀਸ ਨੂੰ ਤਲੀ ਤੇ ਟਿਕਾ ਕੇ ਪਗਾਉਣਗੇ। ਤੇ ਭਾਈ ਪਿਰਾਗਾ ਜੀ ਦੇ ਘਰ 4 ਲਾਲ ਹੋਏ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜਤੀ ਦਾਸ, ਭਾਈ ਸਖੀ ਦਾਸ। ਖੈਰ ਪਿਆਰਿਓ, ਉਸ ਤੋਂ ਅੱਗੇ ਚੱਲੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੀੜ ਜਿਹੜੀ ਆ, ਉਹਦੀ ਜਿਲਦ ਬੰਨਣ ਵਾਲੇ ਸਿੱਖ ਦਾ ਨਾਮ ਹੈ ਭਾਈ ਬੰਨੋ। ਆਪ ਸਾਰੀ ਸੰਗਤ ਜਾਣਦੇ ਹੋ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਆਦ ਬੀੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਤਿਆਰ ਕਰਵਾਈ ਤੇ ਉਸ ਵੇਲੇ ਭਾਈ ਬੰਨੋ ਜੀ ਨੇ ਜਿਲਦ ਬੰਨਣ ਦੀ ਸੇਵਾ ਕੀਤੀ। ਭਾਈ ਬੰਨੋ ਜੀ ਦੇ ਪਿਤਾ ਜੀ ਦਾ ਨਾਮ ਹੈ ਭਾਈ ਬੁੱਟਾ ਰਾਮ, ਤੇ ਭਾਈ ਬੁੱਟਾ ਰਾਮ ਉੱਤੇ ਵੀ ਬਖਸ਼ਿਸ਼ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਹੋਈ। ਬਾਬਾ ਸ਼੍ਰੀ ਚੰਦ ਸਾਹਿਬ ਜੀ ਨੇ ਆਖਿਆ ਸੀ ਕਿ ਤੁਹਾਡੇ ਘਰ ਦੇ ਵਿੱਚ ਬਾਣੀ ਦੀਆਂ ਧੁਨਾਂ ਉੱਠਦੀਆਂ ਰਹਿਣਗੀਆਂ, ਤੇ ਮੈਂ ਬੇਨਤੀ ਕਰਾਂ ਉਸ ਘਰ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਜਿਹੜੀ ਆ ਉਹਦੀ ਜਿਲਦ ਬੰਨੀ। ਤੇ ਭਾਈ ਬੰਨੋ ਇਹੋ ਜਿਹੇ ਸਿੱਖ ਸਨ, ਕਹਿੰਦੇ ਜਦੋਂ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤਿਆਰ ਹੋਏ ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਲੰਗਰ ਲਾਇਆ
ਤੇ ਉਸ ਵੇਲੇ ਮਰਿਆਦਾ ਸੀ ਕਿ ਸਭ ਤੋਂ ਪਹਿਲਾਂ ਬ੍ਰਾਹਮਣਾਂ ਨੂੰ ਭੋਜਨ ਛਕਾਇਆ ਜਾਂਦਾ ਸੀ। ਬ੍ਰਾਹਮਣ ਆਏ ਸੱਚੇ ਪਾਤਸ਼ਾਹ ਮਹਾਰਾਜ ਨੂੰ, ਕਹਿੰਦੇ ਮਹਾਰਾਜ ਪ੍ਰੋਤਾਂ ਨੂੰ ਬ੍ਰਾਹਮਣਾਂ ਨੂੰ ਤੁਸੀਂ ਸੱਦਿਆ ਕੋਈ ਨਹੀਂ ਇਸ ਜੱਗ ਦੇ ਵਿੱਚ। ਤੇ ਭਾਈ ਬੰਨੋ ਵੱਲ ਨੂੰ ਹੱਥ ਕਰਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਮਰੋ ਪ੍ਰੋਹਿਤ ਭਾਈ ਬੰਨੋ ਸਭ ਸੰਗਤ ਸਤਿਕਾਰ ਮੰਨੀ। ਕਹਿੰਦੇ ਤੁਹਾਡਾ ਥਾਲ ਕੱਢਣ ਦੀ ਲੋੜ ਨਹੀਂ, ਸਭ ਤੋਂ ਪਹਿਲਾਂ ਥਾਲ ਅਸੀਂ ਭਾਈ ਬੰਨੋ ਜੀ ਦਾ ਕੱਢ ਲਿਆ। ਇਹ ਬਖਸ਼ਿਸ਼ਾਂ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀਆਂ ਨੇ। ਅੱਗੇ ਚੱਲੀਏ ਥੋੜਾ ਜਿਹਾ, ਮੈਂ ਟੂਕ ਮਾਤਰ ਇਤਿਹਾਸ ਦੇ ਵਿੱਚੋਂ, ਕਿਉਂਕਿ ਇਹ ਨਾਮ ਤੁਸੀਂ ਸੁਣੇ ਹੋਏ ਪਰ ਇਹ ਨਹੀਂ ਪਤਾ ਕਿ ਬਖਸ਼ਿਸ਼ ਕਿੱਥੋਂ ਆ ਰਹੀ। ਭਾਈ ਗੋਂਦਾ ਜੀ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਆਪਾਂ ਸਾਰੇ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ। ਅੰਮ੍ਰਿਤ ਵੇਲੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਤਖਤਾਂ ਪਰ ਸੁਸ਼ੋਭਿਤ ਨੇ। ਸਵੇਰ ਦਾ ਵੇਲਾ ਲੰਘਿਆ, ਦੁਪਹਿਰਾਂ ਆ ਗਈਆਂ, ਸ਼ਾਮਾਂ ਢਲਣ ਵਾਲੀਆਂ ਨੇ। ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਆਪਣੇ ਤਖਤਾਂ ਤੋਂ ਉੱਠੇ ਨਹੀਂ। ਲਾਂਗਰੀ ਸਿੰਘ ਆਏ, ਇੱਕ ਵਾਰੀ ਮਹਾਰਾਜ ਜੀ ਦੇ ਅੱਗੇ ਥਾਲ ਰੱਖਿਆ, ਦੂਜੀ ਵਾਰੀ ਰੱਖਿਆ, ਤੀਜੀ ਵਾਰੀ ਰੱਖਣ ਦਾ ਸਮਾਂ ਆ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸਮਾਧੀ ਤੋਂ ਉਥਾਨ ਹੋਏ, ਸਿੱਖਾਂ ਨੇ ਪੁੱਛਿਆ, ਕਹਿੰਦੇ ਮਹਾਰਾਜ ਇਹ ਕਿਹੜੀ ਕਲਾ ਵਰਤ ਰਹੀ ਹੈ। ਉਸ ਵੇਲੇ ਮਹਾਰਾਜ ਨੇ ਹੱਸ ਕੇ ਆਖਿਆ ਕਿ ਭਾਈ ਗੋਂਦਾ ਜੀ ਕਾਬਲ ਦੀ ਧਰਤੀ ਤੇ ਸਾਨੂੰ ਯਾਦ ਕਰਦੇ ਪਏ। ਮੈਂ ਬੇਨਤੀ ਕਰਾਂ, ਉਹ ਭਾਈ ਗੋਂਦਾ ਜੀ ਵੀ ਉਦਾਸੀਨ ਸੰਪਰਦਾ ਦੇ ਸਿੱਖ ਸਨ। ਭਾਈ ਫੇਰੂ ਜਿਹਦੇ ਬਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਖਿਆ ਸੀ, ਭਾਈ ਫੇਰੂ ਤੇਰੀ ਸੱਚੀ ਦਾੜੀ, ਭਾਈ ਫੇਰੂ ਤੇਰੀ ਸੇਵਾ ਗਾੜੀ, ਭਾਈ ਫੇਰੂ ਤੈਥੋਂ ਸਤਿਗੁਰ ਬਲਿਹਾਰੀ। ਉਹ ਭਾਈ ਫੇਰੂ ਵੀ ਉਦਾਸੀਨ ਸੰਪਰਦਾ ਦੇ ਸਨ। ਭਾਈ ਮੀਹਾਂ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਵੇਲੇ, ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਜਲ ਛਿੜਕਣ ਦੀ ਸੇਵਾ ਕੀਤੀ, ਉਹਨਾਂ ਤੋਂ ਤੇ ਇੱਕ ਬਖਸ਼ਿਸ਼ ਚੱਲੀ ਹੈ ਉਦਾਸੀ ਪੰਥ ਦੀ, ਜਿਨ੍ਹਾਂ ਨੂੰ ਕਹਿੰਦੇ ਨੇ ਕਿ ਮੀਹਾਂ ਸ਼ਾਹੀ। ਇਹ ਬਖਸ਼ਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ। ਗੁਰੂ ਕੀ ਪਹਿਲੀ ਸੰਪਰਦਾ ਉਦਾਸੀਨ ਸੰਪਰਦਾ ਬਾਬਾ ਸ੍ਰੀ ਚੰਦ ਨੇ ਜਿਹੜੀ ਸੰਪਰਦਾ ਚਲਾਈ ਸੀ। ਤੇ ਮੈਂ ਬੇਨਤੀ ਕਰਾਂ ਥੋੜਾ ਜਿਹਾ ਆਪਣੇ ਆਪ ਨੂੰ ਟਿਕਾ ਕੇ ਨਾ ਸੰਕੀਰਨਤਾ ਤੋਂ ਉੱਚੀ ਉੱਠੀਏ। ਉਦਾਸੀ ਸੰਪਰਦਾ ਉਹ ਸੰਪਰਦਾ ਹੈ ਜਿਹੜੇ ਪਿਆਰਿਓ ਅੱਜ ਤੋਂ 100 ਸਾਲ ਪਹਿਲਾਂ ਕਿਸੇ ਵੀ ਪਿੰਡ ਵਿੱਚ ਚਲੇ ਜਾਓ ਤੇ ਪਿਆਰਿਓ ਜਿਤਨੇ ਬਜ਼ੁਰਗ ਸੀ ਉਹਨਾਂ ਸਾਰਿਆਂ ਨੂੰ ਉਦਾਸੀਆਂ ਨੇ ਹੀ ਪੰਜ ਗ੍ਰੰਥੀ ਪੜਾਇਆ ਹੋਇਆ ਸੀ। ਇੱਥੋਂ ਤੱਕ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਪਿੰਡਰਾਂ ਵਾਲੇ, ਉਹਨਾਂ ਦੇ ਪਹਿਲੇ ਉਸਤਾਦ ਵੀ ਇੱਕ ਉਦਾਸੀ ਮਹਾਂਪੁਰਖ ਸਨ। ਆਪਾਂ ਇਤਨਾ ਅੰਦਰ ਨਫ਼ਰਤ ਨਾਲ ਨਾ ਭਰੀਏ ਕਿ ਕਿਸੇ ਨੂੰ ਗੁਰਦੁਆਰੇ ਆਣ ਜੋਗਾ, ਸਾਡੇ ਕੋਲ ਬਹਿਣ ਜੋਗਾ ਨਾ ਛੱਡੀਓ। ਪਿਆਰਿਓ ਇਹ ਗੁਰੂ ਕੀ ਸੰਪਰਦਾ ਹੈ। ਗੁਰੂ ਕਲਗੀਧਰ ਨੇ ਆਖਿਆ, ਜਦੋਂ ਮਹੰਤ ਕਿਰਪਾਲ ਦਾਸ ਜੀ ਯੁੱਧ ਵਿੱਚ ਲੜੇ ਨਾ, ਭੰਗਾਣੀ ਦੇ ਯੁੱਧ ਵਿੱਚ, ਮਹਾਰਾਜ ਕਹਿੰਦੇ ਉਦਾਸੀ ਸੰਪਰਦਾ ਦੀ ਜੜ ਗੁਰੂ ਘਰ ਵਿੱਚ ਹਰੀ ਹੈ, ਸਦਾ ਵਾਸਤੇ ਹੈ।